Hello, my name is Harpreet. I am a regulated Canadian immigration consultant. ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਹੋ, ਸਪਾਊਸ ਜਾਂ ਕਾਮਨ ਲਾ ਪਾਰਟਨਰ ਨੂੰ। ਬੇਸਿਕਲੀ ਚਾਰ ਤਰੀਕੇ ਹੈ ਜਿਵੇਂ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ। ਪਹਿਲਾ ਤਰੀਕਾ ਹੈਗਾ ਹੈ ਸਪਾਊਸ ਔਰ ਕਾਮਨ ਲਾ ਪਾਰਟਨਰ ਆਫ ਸਕਿਲਡ ਵਰਕਰ, ਤੇ ਦੂਸਰਾ ਜਿਹੜਾ ਹੈ ਸਪਾਊਸ ਔਰ ਕਾਮਨ ਲਾ ਪਾਰਟਨਰ ਆਫ ਫੋਰਨ ਸਟੂਡੈਂਟਸ, ਤੇ ਤੀਸਰਾ ਹੈ ਜੇ ਤੁਸੀਂ ਪਰਮਨੈਂਟ ਰੈਜ਼ੀਡੈਂਟ ਆਫ ਕੈਨੇਡਾ ਦੇ ਹੋ ਤੇ ਤੁਸੀਂ ਆਪਣੇ ਸਪਾਊਸ ਨੂੰ ਸਪਾਂਸਰਸ਼ਿਪ ਦੇ ਰਾਹੀਂ ਬੁਲਾ ਸਕਦੇ ਹੋ ਐਜ਼ ਅ ਪੀਆਰ। ਚੌਥਾ ਤਰੀਕਾ ਕਾਫੀ ਕਾਮਨ ਹੈ ਵੈਸੇ, ਜੇ ਤੁਸੀਂ ਆਪਣੀ ਸਪਾਊਸਲ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਲਗਾਈ ਹੈ ਤੇ ਆਪਣੇ ਸਪਾਊਸ ਨੂੰ ਟੈਂਪਰੇਰੀ ਬੁਲਾਉਣਾ ਚਾਹੁੰਦੇ ਹੋ ਬਾਈ ਦ ਟਾਈਮ ਬੀਇੰਗ, ਤੇ ਤੁਸੀਂ ਵਿਜ਼ਟਰ ਵੀਜ਼ਾ ਵੀ ਲਗਾ ਸਕਦੇ ਹੋ। ਜਿਹੜੇ ਪਹਿਲੇ ਦੋ ਨੰਬਰ ਹੈ ਇੱਕ ਟੈਂਪਰੇਰੀ ਐਪਲੀਕੇਸ਼ਨ ਹੈ ਓਪਨ ਵਰਕ ਪਰਮਿਟ ਦੀਆਂ, ਜਿਹੜੀ ਤੀਜੇ ਨੰਬਰ ਵਾਲੀ ਹੈ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਹੈ, ਇਹ ਤੁਸੀਂ ਆਪਣੇ ਸਪਾਊਸ ਨੂੰ ਐਜ਼ ਅ ਪੀਆਰ ਬੁਲਾ ਸਕਦੇ ਹੋ। ਫੋਰਥ ਓਬਵੀਅਸਲੀ ਵੀ ਨੋ ਕਿ ਜਿਹੜਾ ਹੈ ਵਿਜ਼ਟਰ ਵੀਜ਼ਾ ਹੈ ਇੱਕ ਟੈਂਪਰੇਰੀ ਐਪਲੀਕੇਸ਼ਨ ਹੈ। ਹੁਣ ਆਪਾਂ ਡਿਟੇਲ 'ਚ ਇਹਦੇ ਬਾਰੇ ਗੱਲ ਕਰਦੇ ਹਾਂ। ਸਾਰਿਆਂ ਨੂੰ ਪਹਿਲੀ ਜਿਹੜੀ ਐਪਲੀਕੇਸ਼ਨ ਆਪ ਤੁਸੀਂ ਕਰ ਸਕਦੇ ਹੋ ਹੈ ਸਪਾਊਸ ਔਰ ਕਾਮਨ ਲਾ ਪਾਰਟਨਰ ਆਫ ਸਕਿਲ ਵਰਕਰ। ਇਹਦੇ ਵਿੱਚ ਸਾਰਿਆਂ ਨੂੰ ਪਹਿਲੀ ਕੰਡੀਸ਼ਨ ਇਹ ਹੈ ਕਿ ਤੁਹਾਡੇ ਕੋਲ ਇੱਕ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਹੈ। ਇਹ ਤਾਂ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਕੈਨੇਡਾ। ਜਾਂ ਤੁਹਾਡੇ ਕੋਲੇ ਵਰਕ ਕਰਨ ਦੀ ਅਥਾਰਟੀ ਹੋਣੀ ਚਾਹੀਦੀ ਹੈ ਵਿਦਆਊਟ ਅ ਪਰਮਿਟ, ਬਟ ਇਹਦੇ ਵਿੱਚ R186W ਨੂੰ ਐਕਸਕਲੂਡ ਕੀਤਾ ਹੋਇਆ ਹੈ। ਇਹਦੇ ਬਾਰੇ ਮੈਂ ਆਪਣੀ ਨੈਕਸਟ ਸਲਾਈਡ ਦੇ ਵਿੱਚ ਗੱਲ ਕਰਾਂਗਾ। ਤੇ ਅਗਲੀ ਕੰਡੀਸ਼ਨ ਜਿਹੜੀ ਹੈਗੀ ਤੁਸੀਂ ਕੰਮ ਕਰਨ ਲਈ ਐਲੀਜੀਬਲ ਹੋਣੇ ਚਾਹੀਦੇ, ਤੁਹਾਡਾ ਜਿਹੜਾ ਸਟੇਟਸ ਹੈ ਐਟਲੀਸਟ 6 ਮਹੀਨੇ ਲਈ ਵੈਲਿਡ ਹੋਣਾ ਚਾਹੀਦਾ, ਤੇ ਤੁਸੀਂ ਇੰਪਲੋਇਡ ਜਿਹੜੇ ਹੈ ਨੋ ਕੋਡ 0A ਔਰ B ਦੇ ਵਿੱਚ ਹੋਣੇ ਚਾਹੀਦੇ, ਜਿਹੜੇ ਕਿ ਹਾਈ ਸਕੇਲ ਓਕੂਪੇਸ਼ਨਸ ਹੈ। ਇਸ ਤੋਂ ਇਲਾਵਾ ਤੁਸੀਂ NOC 0A B ਔਰ C ਦੇ ਵਿੱਚ ਵੀ ਓਕੂਪੇਸ਼ਨ 'ਚ ਕੰਮ ਕਰਦੇ ਹੋ ਸਕਦੇ ਹੋ ਜੇ ਤੁਸੀਂ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਸਟ੍ਰੀਮ ਦੇ ਵਿੱਚ ਐਕਸੈਪਟ ਹੋਏ ਹੋ। ਇਸ ਤੋਂ ਇਲਾਵਾ ਜੇ ਤੁਹਾਨੂੰ ਕਿਸੇ ਪ੍ਰੋਵਿੰਸ ਨੇ ਨੋਮੀਨੇਟ ਕੀਤਾ ਹੋਇਆ ਹੈ ਤੁਸੀਂ ਤਾਂ ਵੀ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਆਪਣੇ ਸਪਾਊਸ ਦਾ। ਇਸ ਤੋਂ ਇਲਾਵਾ ਜਿਹੜੀ ਤੁਹਾਡੇ ਜਿਹੜੇ ਪਲਾਨ ਹੈ ਤੁਹਾਡੇ ਫਿਜ਼ੀਕਲੀ ਤੁਸੀਂ ਰਿਜ਼ਾਈਡ ਕੈਨੇਡਾ ਦੇ ਵਿੱਚ ਕਰਨ ਦੇ ਹੋਣੇ ਚਾਹੀਦੇ ਜਦੋਂ ਤੁਸੀਂ ਇੰਪਲਾਈਡ ਹੋਣਾ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਲਾਸਟ ਬਟ ਨੋਟ ਦ ਲੀਸਟ ਜਿਹੜੀ ਕੰਡੀਸ਼ਨ ਦੀ ਰਿਕੁਆਇਰਮੈਂਟ ਇਹ ਹੈ ਕਿ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਜੈਨੂਇਨ ਹੋਣਾ ਚਾਹੀਦਾ ਹੈ, ਇੱਕ ਜੈਨੂਇਨ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਵਿਦ ਯੂਰ ਸਪਾਊਸ। ਇਹ ਪ੍ਰੂਵ ਕਰਨਾ ਬਹੁਤ ਹੀ ਜ਼ਰੂਰੀ ਹੈ। ਕਈ ਤਰੀਕਿਆਂ ਨਾਲ ਤੁਸੀਂ ਪ੍ਰੂਵ ਕਰ ਸਕਦੇ ਹੋ, ਫੋਰ ਇੰਸਟੈਂਸ ਬਾਈ ਪ੍ਰੋਵਾਈਡਿੰਗ ਮੈਰਿਜ ਸਰਟੀਫਿਕੇਟ ਔਰ ਯੋਰ ਮੈਰਿਜ ਫੋਟੋਜ਼ ਔਰ ਪੋਸਟ ਵੈਡਿੰਗ ਆਊਟਿੰਗ ਫੋਟੋਜ਼, ਔਰ ਤੁਹਾਡੀ ਕੋਈ ਚੈਟ ਹਿਸਟਰੀ ਹੈ, ਤੁਹਾਡਾ ਇੱਥੇ ਤੁਹਾਡੀ ਕਨਸਟੈਂਟ ਕਮਿਊਨੀਕੇਸ਼ਨ ਹੋ ਰਹੀ ਹੈ, ਇਹਦੇ ਰਾਹੀਂ ਤੁਸੀਂ ਆਪਣਾ ਜਿਹੜਾ ਹੈ ਰਿਲੇਸ਼ਨਸ਼ਿਪ ਨੂੰ ਪ੍ਰੂਵ ਕਰ ਸਕਦੇ ਹੋ। ਹੁਣ ਆਪਾਂ 186W ਦੇ ਬਾਰੇ ਗੱਲ ਕਰ ਲੈਂਦੇ ਹਾਂ, ਜਿਹੜਾ ਕਿ ਕਹਿੰਦਾ ਹੈ ਕਿ ਜਦੋਂ ਤੁਸੀਂ ਆਪਣੀ ਸਟੱਡੀ ਕੰਪਲੀਟ ਕਰ ਲਈ ਹੈ ਉਸ ਤੋਂ ਬਾਅਦ ਜੇ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਹੈ ਤੇ ਉਹਦੀ ਵੇਟ ਕਰ ਰਹੇ ਹੋ ਸਟੱਡੀ ਪਰਮਿਟ ਦੇ ਡਿਸੀਜਨ ਦੀ, ਤੁਸੀਂ ਉਸ ਦੌਰਾਨ ਕੰਮ ਕਰ ਸਕਦੇ ਹੋ ਲੀਗਲੀ ਇੰਟਾਈਟਲਡ ਹੋ ਕੰਮ ਕਰਨ ਲਈ, ਤੇ ਬਟ ਤੁਸੀਂ ਇਹਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਤੇ ਹੋਰ ਆਪਾਂ ਇਹਦੇ ਬਾਰੇ ਇਨ ਡਿਟੇਲ ਵੇਖ ਲੈਂਦੇ ਹਾਂ ਕਿ ਜਿਹੜੇ ਇੱਕ ਹੋਰ ਇਨ ਡਿਟੇਲ ਰੈਗੂਲੇਸ਼ਨ ਵਿੱਚ ਮੈਂਸ਼ਨ ਕੀਤਾ ਹੋਇਆ ਵੀ ਜੇ ਤੁਸੀਂ ਹੋਲਡਰ ਨੂੰ ਵੈਲਿਡ ਸਟੱਡੀ ਪਰਮਿਟ ਦੇ ਜਦੋਂ ਤੁਸੀਂ PGWP ਦੀ ਐਪਲੀਕੇਸ਼ਨ ਲਗਾਈ ਹੈ ਉਹ ਆਉਂਦੇ ਨੇ ਇਹਦੇ ਵਿੱਚ R186W ਦੇ ਵਿੱਚ। ਉਦੋਂ ਤੁਸੀਂ ਕੁਆਲੀਫਾਈ ਕਰਦੇ ਹੋ, ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਤੁਸੀਂ ਉਹਨੂੰ ਕਾਊਂਟ ਕਰ ਸਕਦੇ ਹੋ। ਜਿਹੜਾ ਟਾਈਮ ਪੀਰੀਅਡ ਤੁਸੀਂ ਆਪਣਾ ਡਿਸੀਜਨ ਦੀ ਵੇਟ ਕਰਦੇ ਹੋ, ਜਿਸ ਦਿਨ ਤੁਸੀਂ ਅਪਲਾਈ ਕਰਦੇ ਹੋ ਤੇ ਜਿਸ ਦਿਨ ਤੱਕ ਤੁਹਾਡਾ ਨਹੀਂ ਆਉਂਦਾ, ਮਤਲਬ ਟਾਈਮ ਪੀਰੀਅਡ ਜਿਹੜਾ ਹੈ ਉਹ ਇਹਦੇ ਵਿੱਚ ਐਕਸਕਲੂਡ ਕੀਤਾ ਗਿਆ ਹੈ R186W ਦੀ ਕੰਡੀਸ਼ਨ ਦੇ ਅਕੋਰਡਿੰਗ। ਨੈਕਸਟ ਵੇ ਜਿਹੜਾ ਹੈ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣ ਦਾ ਤਰੀਕਾ ਉਹ ਇਹ ਹੈ ਜੀ, ਜੇ ਤੁਸੀਂ ਕੈਨੇਡਾ ਦੇ ਵਿੱਚ ਇੱਕ ਫੁੱਲ ਟਾਈਮ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਤੁਸੀਂ ਸਟੱਡੀ ਕਰ ਰਹੇ ਹੋ ਕਿਸੇ ਵੀ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਦੇ ਵਿੱਚ, ਤਾਂ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਹੋ। ਇਹਦੀ ਵੀ ਦੋ ਮੇਨ ਕੰਡੀਸ਼ਨਸ ਇਹ ਹੁੰਦੀਆਂ ਨੇ ਕਿ ਤੁਸੀਂ ਜਿਹੜੀ ਆਪਣੀ ਸਟੱਡੀ ਹੈ ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਫੁੱਲੀ ਇੰਗੇਜ ਹੋ, ਉਹ ਸਟੱਡੀ ਕਰ ਰਹੇ ਹੋ ਤੇ ਤੁਸੀਂ ਅਟੈਂਡ ਕਰ ਰਹੇ ਹੋ ਆਪਣਾ ਇੰਸਟੀਟਿਊਸ਼ਨ। ਇਹ ਪ੍ਰੂਵ ਕਰਨ ਦੇ ਵੀ ਬਹੁਤ ਸਾਰੇ ਤਰੀਕੇ ਹੁੰਦੇ ਆ। ਫੋਰ ਇੰਸਟੈਂਸ ਤੁਸੀਂ ਕਾਲਜ ਦੇ ਵਿੱਚ ਤੁਹਾਡਾ ਇਨਰੋਲਮੈਂਟ ਲੈਟਰ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਜਿਸ ਦਿਨ ਤੁਸੀਂ ਇਨਰੋਲਡ ਹੋਏ ਹੋ, ਉਹ ਇੱਕ ਇੰਪੋਰਟੈਂਟ ਐਵੀਡੈਂਸ ਹੁੰਦਾ ਹੈ। ਇਸ ਤੋਂ ਇਲਾਵਾ ਤੁਹਾਡਾ ਕਾਲਜ ਦਾ ID ਕਾਰਡ ਤੇ ਹੋਰ ਸਟੱਡੀ ਪਰਮਿਟ ਦਾ ਤੁਹਾਡਾ ਪ੍ਰੂਫ ਉਹ ਅਟੈਚ ਕਰਕੇ, ਪਲੱਸ ਤੁਹਾਡਾ ਜਿਹੜਾ ਰਿਸ਼ਤਾ ਹੈ ਤੁਸੀਂ ਉਹਨੂੰ ਪ੍ਰੂਵ ਕਰਨਾ ਕਿ ਤੁਹਾਡਾ ਜੈਨੂਇਨ ਹੈ ਰਿਲੇਸ਼ਨਸ਼ਿਪ। ਜਿਵੇਂ ਮੈਂ ਆਪਣੇ ਪਹਿਲਾਂ ਵਾਲੇ ਸਲਾਈਡ ਦੇ ਵਿੱਚ ਐਕਸਪਲੇਨ ਕੀਤਾ ਕਿ ਤੁਹਾਨੂੰ ਮੈਰਿਜ ਸਰਟੀਫਿਕੇਟ ਹੋ ਗਿਆ ਤੇ ਆਪਣਾ ਹੋਰ ਰਿਲੇਸ਼ਨਸ਼ਿਪ ਦੇ ਐਵੀਡੈਂਸ ਜਿਹੜੇ ਹੈ ਉਹ ਇਨਕਲੂਡ ਕਰਨੇ ਪੈਂਦੇ ਇਸ ਦੇ ਵਿੱਚ ਵੀ। ਤੇ ਨੈਕਸਟ ਜਿਹੜੀ ਹੈਗਾ ਹੈ ਤੁਸੀਂ ਆਪਣੇ ਸਪਾਊਸ ਨੂੰ
ਬੁਲਾ ਸਕਦੇ ਹੋ ਐਜ਼ ਅ ਪਰਮਾਨੈਂਟ ਸਟੇ ਦੇ ਤੌਰ ਤੇ, ਐਜ਼ ਅ ਕੈਨੇਡੀਅਨ ਪੀਆਰ। ਜੇ ਤੁਹਾਡਾ ਸਟੇਟਸ ਐਜ਼ ਅ ਪੀਆਰ ਕੈਨੇਡੀਅਨ ਸਿਟੀਜ਼ਨ, ਔਰ ਤੁਸੀਂ ਅ ਪਰਸਨ ਜਿਹੜੇ ਹੈ ਰਜਿਸਟਰਡ ਇਨ ਕੈਨੇਡਾ ਐਜ਼ ਅ ਇੰਡੀਅਨ ਅੰਡਰ ਦਾ ਕੈਨੇਡੀਅਨ ਇੰਡੀਅਨ ਐਕਟ, ਤੁਸੀਂ ਘੱਟੋ ਘੱਟ ਤੁਹਾਡੀ ਉਮਰ 18 ਸਾਲ ਦੀ ਹੈ ਤੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ, ਤੇ ਤੁਸੀਂ ਇਹ ਪ੍ਰੂਵ ਕਰ ਸਕਦੇ ਹੋ ਕਿ ਤੁਸੀਂ ਕੋਈ ਸੋਸ਼ਲ ਅਸਿਸਟੈਂਸ ਨਹੀਂ ਲੈ ਰਹੇ ਹੋ ਅਦਰ ਦੈਨ ਦਾ ਡਿਸੇਬਿਲਿਟੀ। ਤੇ ਤੁਹਾਨੂੰ ਇਹ ਵੀ ਪ੍ਰੂਵ ਕਰਨਾ ਪੈਂਦਾ ਕਿ ਤੁਸੀਂ ਬੇਸਿਕ ਨੀਡ ਆਪਣੇ ਆਪ ਤੇ ਆਪਣੇ ਸਪਾਊਸ ਤੇ ਪਾਰਟਨਰ ਨੂੰ ਪ੍ਰੋਵਾਈਡ ਕਰ ਸਕਦੇ ਹੋ, ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਸਪਾਂਸਰ ਕਰਨ ਲਈ ਆਪਣੇ ਸਪਾਊਸ ਨੂੰ। ਜੇ ਆਪਾਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ, ਐਵਰੇਜ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਇਹਨਾਂ ਦੀ ਇਹ ਐਪਲੀਕੇਸ਼ਨ ਦਾ 10 ਤੋਂ 12 ਮਹੀਨੇ ਲੱਗਦੇ ਨੇ। ਇਨਕਮ ਦੀ ਰਿਕੁਆਇਰਮੈਂਟ ਦੀ ਤਾਂ ਗੱਲ ਕਰੀਏ, ਐਦਾਂ ਦੀ ਕੋਈ ਇਨਕਮ ਦੀ ਰਿਕੁਆਇਰਮੈਂਟ ਹੈ ਨਹੀਂ ਜਿਹਦੇ ਨਾਲ ਤੁਸੀਂ ਕੋਈ ਸਰਟਨ ਥ੍ਰੈਸ਼ਹੋਲਡ ਇਦਾਂ ਦਾ ਕੋਈ ਹੈ ਨਹੀਂ ਇਨਕਮ ਦੀ ਰਿਕੁਆਇਰਮੈਂਟ ਜਿਹਦੇ ਨਾਲ ਤੁਸੀਂ ਆਪਣੇ ਸਪਾਂਸਰ ਨੂੰ ਮੀਟ ਕਰਨੀ ਪੈਂਦੀ ਇਨ ਆਰਡਰ ਟੂ ਸਪਾਂਸਰ ਯੋਰ ਸਪਾਊਸ। ਸੋ ਦੇਰ ਇਜ਼ ਨੋ ਇਨਕਮ ਰਿਕੁਆਇਰਮੈਂਟ। ਇਸ ਤੋਂ ਇਲਾਵਾ ਪ੍ਰੂਫ ਆਫ ਰਿਲੇਸ਼ਨਸ਼ਿਪ ਦੀ ਰਿਕੁਆਇਰਮੈਂਟ ਹੁੰਦੀ ਹੈ ਪ੍ਰੋਵਾਈਡ ਕਰਨਾ ਇਨ ਟਰਮਸ ਆਫ ਮੈਰਿਜ ਸਰਟੀਫਿਕੇਟ, ਫੋਟੋਜ਼ ਐਂਡ ਚੈਟ। ਤੇ ਜਦੋਂ ਤੁਸੀਂ ਇਹ ਪਰਮਾਨੈਂਟ ਰੈਜ਼ੀਡੈਂਟ ਦੀ ਐਪਲੀਕੇਸ਼ਨ ਲਗਾਈ ਹੁੰਦੀ ਹੈ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣ ਦੇ ਲਈ, ਇਸ ਦੌਰਾਨ ਹੀ ਤੁਸੀਂ ਵਿਜ਼ਟਰ ਵੀਜ਼ਾ ਵੀ ਲਗਾ ਸਕਦੇ ਹੋ। ਆਪਾਂ ਵਿਜ਼ਟਰ ਵੀਜ਼ਾ ਦੀ ਗੱਲ ਕਰਦੇ ਹਾਂ। ਵਿਜ਼ਟਰ ਵੀਜ਼ਾ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ, ਇੱਕ ਟੈਂਪਰੇਰੀ ਵੀਜ਼ਾ ਹੁੰਦਾ ਹੈ ਜਿਹਦੇ ਵਿੱਚ ਆਫਿਸਰ ਇਹ ਦੇਖਦਾ ਹੈ ਕਿ ਇਸ ਐਪਲੀਕੈਂਟ ਨੇ ਜਾਂ ਇਸ ਕੈਂਡੀਡੇਟ ਨੇ ਜਦੋਂ ਇਹਦਾ ਆਥੋਰਾਈਜ਼ਡ ਸਟੇ ਹੋ ਜਾਣੀ ਵਾਪਸ ਚਲੇ ਜਾਣਾ ਕੈਨੇਡਾ ਛੱਡ ਕੇ। ਬਟ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਤੁਸੀਂ ਪੀਆਰ ਦੀ ਐਪਲੀਕੇਸ਼ਨ ਵੀ ਲਗਾਈ ਹੈ ਤਾਂ ਵਿਜ਼ਟਰ ਵੀਜ਼ਾ ਵੀ ਲਗਾਇਆ ਹੈ ਤਾਂ ਡਿਊਲ ਇੰਟੈਂਟ ਉਹਨੂੰ ਕਹਿੰਦੇ ਹੁੰਦੇ ਆ, ਤੇ ਉਹਦੇ ਤਹਿਤ ਤੁਸੀਂ ਕੋਈ ਵੀ ਫੋਰਨ ਨੈਸ਼ਨਲ ਹੈ ਜਿਹੜਾ ਉਹ ਪੀਆਰ ਲੈਣਾ ਚਾਹੁੰਦਾ ਹੈ ਉਹਨੂੰ ਪ੍ਰੀਕਲੂਡ ਨਹੀਂ ਕਰਦੇ ਟੈਂਪਰੇਰੀ ਰੈਜ਼ੀਡੈਂਟ ਬਣਨ ਦੇ ਅੰਟਿਲ ਔਰ ਅਨਲੈਸ ਆਫਿਸਰ ਇਜ਼ ਸੈਟੀਸਫਾਈਡ that you will leave Canada by the end of your authorized stay। ਤੇ ਇਹਦੀਆਂ ਕੁਝ ਰਿਕੁਆਇਰਮੈਂਟਸ ਹੁੰਦੀਆਂ ਹੈ ਜਿਹਨੂੰ ਤੁਸੀਂ ਮੀਟ ਕਰਕੇ ਆਪਣਾ ਵਿਜ਼ਟਰ ਵੀਜ਼ਾ ਲਗਾ ਸਕਦੇ ਹੋ। ਫੋਰ ਇੰਸਟੈਂਸ, ਸਾਰਿਆਂ ਨਾਲੋਂ ਵੱਡੀ ਸ਼ਰਤ ਇਹ ਕਿ ਆਫਿਸਰ ਨੂੰ ਇਹ ਤੁਹਾਡੀ ਐਪਲੀਕੇਸ਼ਨ ਵੇਖ ਕੇ ਇਹ ਸਮਝ ਆਉਣਾ ਚਾਹੀਦਾ ਕਿ ਤੁਸੀਂ ਆਪਣੀ ਜਿਹੜੀ ਆਥੋਰਾਈਜ਼ਡ ਸਟੇ ਤੋਂ ਬਾਅਦ ਵਾਪਸ ਚਲੇ ਜਾਓਗੇ, ਕੋਈ ਟੈਂਪਰੇਰੀ ਸਟੇ ਹੈ ਤੇ ਤੁਸੀਂ ਕੋਈ ਸਟੱਡੀ ਜਾਂ ਵਰਕ ਦੇ ਵਿੱਚ ਨਹੀਂ ਇਨਵੋਲਵ ਹੋਵੋਗੇ ਕਿਉਂਕਿ ਤੁਸੀਂ ਆਥੋਰਾਈਜ਼ ਨਹੀਂ ਹੋ ਕਰਨ ਲਈ, ਤੇ ਤੁਹਾਡੀਆਂ ਜਿਹੜੀ ਟਾਈਜ਼ ਹੈਗੀਆਂ ਹੋਮ ਕੰਟਰੀ ਦੇ ਵਿੱਚ ਬਹੁਤ ਸਟਰੋਂਗ ਹੈ, ਜਿਵੇਂ ਕਿ ਤੁਹਾਡੀ ਇੰਪਲੋਇਮੈਂਟ ਹੈ, ਕੋਈ ਫੈਮਿਲੀ ਓਬਲੀਗੇਸ਼ਨਸ ਹੈ, ਤੁਹਾਡੀ ਪ੍ਰਾਪਰਟੀ ਹੈ, ਸਟੱਡੀਜ਼ ਤੁਸੀਂ ਕਰਦੇ ਹੋ, ਉਹ ਸਭ ਹੋਮ ਟਾਈਜ਼ ਦੇ ਵਿੱਚ ਐਡ ਹੁੰਦੀਆਂ। ਤੇ ਤੁਸੀਂ ਆਪਣੇ ਆਪ ਨੂੰ ਇਹ ਸਾਬਿਤ ਕਰ ਸਕੋ ਕਿ ਤੁਹਾਡਾ ਜਿਹੜਾ ਇੱਥੇ ਸਪਾਊਸ ਹੈਗਾ ਹੈ ਉਹ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਨੇ, ਜਾਂ ਤੁਸੀਂ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਪੋਰਟ ਕਰ ਸਕਦੇ ਹੋ ਤੁਹਾਡੀ ਜਿਹੜੀ ਇੱਥੇ ਸਟੇ ਹੋਣੀ ਹੈ ਜਦੋਂ ਕੈਨੇਡਾ ਦੇ ਵਿੱਚ। ਤੇ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਹੁੰਦੀ ਹੈ ਤੁਹਾਨੂੰ ਪ੍ਰੂਵ ਕਰਨਾ, ਇਹਦੇ ਵਿੱਚ ਇੱਕ ਇੰਪੋਰਟੈਂਟ ਫੈਕਟਰ ਹੋ ਜਾਂਦਾ ਕਿ ਜੇ ਕਿਤੋਂ ਤੁਹਾਡੇ ਫਿਊਚਰਸ ਪਲਾਨ ਕੀ ਨੇ ਜੇ ਤੁਹਾਡੇ ਇਹ ਪੀਆਰ ਦੀ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਹੈ। ਇਹਦੇ ਵਿੱਚ ਤੁਸੀਂ ਆਪਣੇ ਇੱਕ ਲੈਟਰ ਆਫ ਐਕਸਪਲੇਨੇਸ਼ਨ ਲਗਾ ਸਕਦੇ ਹੋ ਤੇ ਆਪਣੇ ਕਲੀਅਰ ਫਿਊਚਰ ਪਲਾਨ ਦੇ ਬਾਰੇ ਦੱਸ ਸਕਦੇ ਹੋ। ਆਲਸੋ ਆਫਿਸਰ ਇਹ ਵੀ ਦੇਖਦਾ ਹੈ ਕਿ ਜਿਹੜੀ ਤੁਹਾਡੀ ਪੀਆਰ ਦੀ ਐਪਲੀਕੇਸ਼ਨ ਲੱਗੀ ਹੈ ਸੇਮ ਟਾਈਮ ਤੇ ਉਹਦੀ ਕਿਸ ਸਟੇਜ ਤੇ ਪਹੁੰਚ ਗਈ ਹੈ, ਕਿਸ ਸਟੇਜ ਤੇ ਉਹਦੀ ਅਪਰੂਵਲ ਹੋ ਗਈ ਹੈ, ਉਹ ਵੀ ਇੱਕ ਕੰਟਰੀਬਿਊਟਿੰਗ ਫੈਕਟਰ ਬਣ ਜਾਂਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਆਪਣਾ ਰਿਲੇਸ਼ਨਸ਼ਿਪ ਪ੍ਰੂਵ ਕਰਨ ਲਈ ਵੀ ਡਾਕੂਮੈਂਟਸ ਇਹਦੇ ਵਿੱਚ ਅਟੈਚ ਕਰਨੇ ਚਾਹੀਦੇ। ਤੇ ਇਹ ਮੇਰਾ ਐਨਾਲਿਸਿਸ ਸੀਗਾ 4 ਮੇਨ ਤਰੀਕੇ ਜਿਹਦੇ ਰਾਹੀਂ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਹੋ। ਆਈ ਹੋਪ ਕਿ ਮੇਰੀ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਏਗੀ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇ ਤੁਹਾਨੂੰ ਕੰਸਲਟੇਸ਼ਨ ਚਾਹੀਦੀ ਹੈ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣ ਲਈ ਕਿਸੇ ਵੀ ਤਰ੍ਹਾਂ ਦੀ, ਤੁਸੀਂ ਮੈਨੂੰ ਅਪਰੋਚ ਕਰ ਸਕਦੇ ਹੋ। ਲਿੰਕ ਜਿਹੜਾ ਹੈ ਕੰਸਲਟੇਸ਼ਨ ਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਤੇ ਸਲਾਈਡ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਥੈਂਕ ਯੂ।